असलामुअलैकुम की हाल है सारिਆਂ ਦਾ ठीक ठाक हो सेश ठीक है। अल्लाह ताला ਤੁਹਾਨੂੰ ਸਭ ਨੂੰ ਆਪਣੇ ਹਿਫਜ਼ ਈਮਾਨ 'ਚ ਰੱਖੇ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਕਦੇ ਸੂਈਆਂ ਮਰਚਾਂ ਦੁੱਧ 'ਚ ਘੋਲ ਕੇ ਰੋਟੀ ਖਾਧੀ ਜੇ ਜਵਾਨ ਕਹਿੰਦਾ ਮੈਂ ਖਾਧੀ ਹੈ। ਗੁਰਬਤ ਇਨਸਾਨ ਕੋਲੋਂ ਬੜੇ ਬੜੇ ਕੰਮ ਕਰਵਾਉਂਦੀ ਹੈ। ਕਹਿੰਦਾ ਵੱਡਾ ਭਰਾ ਦਾਲ ਚਾਵਲ ਅੱਡੇ ਤੇ ਲਾਂਦਾ ਸੀ, ਅੱਬਾ ਜੀ ਜੀ ਫੌਤ ਹੋ ਗਏ ਨੇ, ਇੱਕ ਮਾਂ ਜੀ ਸੀ ਤੇ ਇੱਕ ਭਾਬੀ ਸੀ ਘਰ 'ਚ। ਕਹਿੰਦਾ ਮੈਂ 10ਵੀਂ ਕਲਾਸ ਪੜ੍ਹਦਾ ਸਾਂ, ਜਿਸ ਵੇਲੇ ਮੈਂ ਘਰ ਆਉਂਦਾ ਸਾਂ ਭਾਬੀ ਨੇ ਮੇਰੇ ਕੋਲ ਜਦੋਂ ਬਦਲਾ ਲੈਣਾ ਹੁੰਦਾ ਸੀ ਨਾ, ਉਦੋਂ ਜਾਂ ਘਰ 'ਚ ਭਿੰਡੀਆਂ ਬਣਾ ਲੈਂਦੀ ਸੀ ਜਾਂ ਗੋਂਗਲੂ ਬਣਾ ਲੈਂਦੀ ਸੀ। ਕਹਿੰਦਾ ਜਦੋਂ ਮੈਂ ਆਉਂਦਾ ਮੈਂ ਪੁੱਛਦਾ ਕੀ ਬਣਾਇਆ, ਜੇ ਭਿੰਡੀਆਂ ਦੇ ਮੈਂ ਆਪੇ ਬਾਅਦ 'ਚ ਰੋਟੀ ਖਾ ਲਾਂਗਾ। ਕਹਿੰਦਾ ਨਹੀਂ, ਕਿਉਂ ਆਂਦੀ ਹੁਣ ਹੀ ਰੋਟੀ ਖਾ ਤੂੰ। ਕਹਿੰਦਾ ਅੱਗੋਂ ਵੱਡਾ ਭਰਾ ਵੀ ਸਿਰ ਤੇ ਆ ਜਾਂਦਾ, ਕਹਿੰਦਾ ਰੋਟੀ ਖਾ। ਜਿਸੇ ਮੈਂ ਰੋਟੀ ਨਹੀਂ ਖਾਂਦਾ, ਕਹਿੰਦਾ ਅੱਗੋਂ ਮੈਨੂੰ ਠੁੱਡੇ ਜਾਂ ਸੋਟੀਆਂ ਮਾਰਦੇ ਸੀ। ਕਹਿੰਦਾ ਮੈਂ ਉੱਠ ਕੇ ਰੁੱਸ ਕੇ ਜਾਂ ਕਮਰੇ ਟੁਰ ਜਾਂਦਾ ਸੀ। ਅੱਗੋਂ ਮਾਂ ਜੀ ਉੱਠਦੇ ਸੀ ਗੁਆਂਢੀਆਂ ਦੇ ਘਰੋਂ ਅੰਡਾ ਮੰਗ ਲਿਆਉਂਦੇ, ਜੇ ਅੰਡਾ ਨਾ ਲੱਭੇ ਫਿਰ ਮੈਨੂੰ ਦੁੱਧ 'ਚ ਸੂਈਆਂ ਮਰਚਾਂ ਘੋਲ ਕੇ ਉਹਦੇ ਨਾਲ ਰੋਟੀ ਦੇ ਦਿੰਦੇ ਸੀ। ਕਹਿੰਦਾ ਮਾਂ ਜੀ ਮੇਰਾ ਇਤਨਾ ਖਿਆਲ ਰੱਖਦੇ ਸੀ। ਕਹਿੰਦਾ ਇੱਕ ਦਿਨ ਮੈਂ ਸਕੂਲੋਂ ਆਇਆ, ਆ ਕੇ ਤੱਕਿਆ ਤੇ ਭਾਬੀ ਨੇ ਮਾਂ ਜੀ ਦਾ ਹੱਥ ਫੜਿਆ ਤੇ ਅੱਗੋਂ ਗੱਲਾਂ ਵੀ ਕਰੇ ਬਦਤਮੀਜ਼ੀ 'ਚ। ਕਹਿੰਦਾ ਮੈਂ ਭਾਬੀ ਦਾ ਹੱਥ ਫੜ ਕੇ ਮੈਂ ਕਿਹਾ ਭਾਬੀ ਛੱਡ ਅੰਮਾ ਜੀ ਦਾ ਹੱਥ। ਕਹਿੰਦਾ ਉਹਨੇ ਆਖਿਆ ਤੂੰ ਮੇਰੇ ਨਾਲ ਬਦਤਮੀਜ਼ੀ ਕੀਤੀ, ਮੇਰਾ ਹੱਥ ਪਕੜਿਆ, ਤੂੰ ਕੌਣ ਉਹਨੇ ਮੇਰਾ ਹੱਥ ਪਕੜਨ ਵਾਲਾ। ਕਹਿੰਦਾ ਅੱਗੋਂ ਜਿਸੇ ਭਾਈ ਆਇਆ ਉਹਨੂੰ ਦੱਸਿਓ ਵੀ ਇਹ ਬਦਤਮੀਜ਼ੀ ਕੀਤੀ। ਭਾਈ ਆ ਕਹਿੰਦਾ ਕੋਈ ਉਹਨੇ ਸੁਣਿਆ ਨਹੀਂ, ਉਹਨੇ ਕੁੱਟਣਾ ਸ਼ੁਰੂ ਕਰਦਾ। ਮੈਂ ਕਿਹਾ ਭਾਈਆ ਗੱਲ ਤੇ ਸੁਣ, ਉਹ ਮਾਂ ਜੀ ਨਾਲ ਬਦਤਮੀਜ਼ੀ। ਉਹਨੇ ਆਖਿਆ ਤੂੰ ਕਿਉਂ ਹੱਥ ਫੜਿਆ, ਤੂੰ ਕੌਣ ਉਹਨੇ। ਕਹਿੰਦਾ ਮਾਂ ਜੀ ਅੱਜ ਤੋਂ ਬਾਅਦ ਇਹ ਸਕੂਲ ਨਹੀਂ ਚੱਲਾ। ਕਹਿੰਦਾ ਉਹਨੇ ਮੇਰਾ ਸਕੂਲ ਛਡਾ ਦਿੱਤਾ। ਕਹਿੰਦਾ ਮੈਨੂੰ ਬਾਂਹ ਫੜੀ ਲੈ ਗਿਆ ਮਿਸਤਰੀਆਂ ਕੋਲ। ਕਹਿੰਦਾ ਇਹਨੂੰ ਕੰਮ ਤੇ ਰੱਖੋ ਤੇ ਇਹਦੀ ਜਿਹੜੀ ਦਿਹਾੜ ਹੈ ਨਾ ਉਹ ਤੁਸੀਂ ਮੈਨੂੰ ਦਿਆ ਕਰੋ। ਕਹਿੰਦਾ ਸ਼ਾਮੀ ਜਿਹੜੀ ਦਿਹਾੜ ਉਹਨਾਂ ਕੋਲੋਂ ਆਪੂ ਫੜ ਲਿਆਉਂਦਾ ਸੀ, ਜੇ ਉਹ ਨਾ ਦੇਣ ਉਹਨਾਂ ਦਾ ਇਹਨੂੰ ਦੇ ਟੋਰੇ ਤਾਂ ਮੈਂ ਇਹਦੇ ਕੋਲ ਲੈ ਲਾਂਗਾ। ਕਹਿੰਦਾ ਇਸ ਤਰ੍ਹਾਂ ਮੇਰੇ ਕੋਲ ਦਿਹਾੜ ਲੈ ਲੈਂਦਾ, ਮੇਰੇ ਜੇਬ 'ਚ 1 ਰੁਪਈਆ ਨਹੀਂ ਹੁੰਦਾ। ਮੇਰਾ ਦਿਲ ਕਰਦਾ ਕਿ ਮਾਂ ਜੀ ਦੇ ਹੱਥ 'ਤੇ ਮੈਂ ਰੱਖਾਂ ਪੈਸੇ, ਲੇਕਿਨ ਉਹ ਮੈਨੂੰ ਪੈਸਾ ਪੱਲੇ ਨਹੀਂ ਸੀ ਪੈਣ ਦਿੰਦਾ। ਕਹਿੰਦਾ ਹੋਰ ਛੱਡ ਕੇ ਜੁਮੇ ਵਾਲੇ ਦਿਨ ਸਾਰੇ ਛੁੱਟੀ ਕਰਦੇ ਸੀ, ਲੇਕਿਨ ਉਹ ਠੇਕੇਦਾਰ ਨੂੰ ਆਂਦਾ ਆ ਕਿ ਇੰਝ ਕਰੋ ਇਹਦੇ ਕੋਲੋਂ ਇੱਟਾਂ ਸਾਫ਼ ਕਰਾ ਲਓ, ਇਹਦੇ ਕੋਲੋਂ ਤਰਾਈ ਕਰਾ ਲਓ, ਲੇਕਿਨ ਇਹਨੂੰ ਜੁਮੇ ਨੂੰ ਛੁੱਟੀ ਨਾ ਦਿਆ ਕਰੋ। ਕਹਿੰਦਾ 7 ਦਿਨ ਮੈਂ ਕੰਮ ਕਰਦਾ ਸਾਂ। ਕਹਿੰਦਾ ਇੱਕ ਦਿਨ ਮੈਂ ਘਰ ਆਇਆ ਤੇ ਭਾਬੀ ਕੋ ਬਹੁਤ ਜ਼ਿਆਦਾ ਅੰਮਾ ਜੀ ਨਾਲ ਬਦਤਮੀਜ਼ੀ ਕਰੇ। ਮੈਂ ਕਿਹਾ ਭਾਬੀ ਮੈਂ ਤੈਨੂੰ ਕਤਲ ਕਰ ਦੇਣਾ ਜਿਹੜੀ ਤੂੰ ਬਦਤਮੀਜ਼ੀ ਅੰਮਾ ਜੀ ਨਾਲ ਕਰਨ ਲੱਗੀ ਹੈ। ਕਹਿੰਦੇ ਭਾਬੀ ਜੀ ਨੇ ਉੱਥੇ ਰੋਣਾ ਸ਼ੁਰੂ ਕਰ ਦਿੱਤਾ। ਭਾਈਏ ਪੁੱਛਿਆ ਕੀ ਹੋਇਆ, ਕਹਿੰਦੇ ਨੇ ਇਹ ਗੱਲ ਕੀਤੀ ਹੈ। ਕਹਿੰਦਾ ਭਾਈਏ ਨੇ ਫਿਰ ਮੈਨੂੰ ਸੋਟੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਕਹਿੰਦਾ ਦਫਾ ਹੋ ਜਾ ਮੇਰੇ ਘਰੋਂ। ਕਹਿੰਦਾ ਮੈਂ ਕਿਹਾ ਭਾਈਆ ਘਰ ਦਵਾਂ ਦਾ। ਉਹਨੇ ਆਖਿਆ ਤੂੰ ਦਫਾ ਹੋ ਜਾ ਨਹੀਂ ਤੇ ਮੈਂ ਤੇਰੀ ਧੋਣ ਲਾ ਦੇਣੀ ਹੈ। ਕਹਿੰਦਾ ਮਾਂ ਜੀ ਕਹਿੰਦੇ ਪੁੱਤਰ ਤੂੰ ਇੰਝ ਕਰ, ਤੂੰ ਕਿਸੇ ਪਾਸੇ ਟੁਰ ਜਾ, ਕਿਉਂ ਭਰਾ ਨਾਲ ਲੜਨੇ। ਕਹਿੰਦਾ ਮੈਂ ਚੁੱਪ ਕਰਕੇ ਨਿਕਲ ਆਇਆ। ਕਹਿੰਦੇ ਨਿਕਲਿਆ ਬਾਹਰ, ਅੱਗੇ ਫਿਰਿਆ ਟੁਰਿਆ 3 ਦਿਨ ਮੈਂ ਕਹਿੰਦਾ ਬਾਹਰ ਰਿਹਾ। ਮੈਂ ਕਿਹਾ ਹੋ ਸਕਦਾ ਪਰੇਸ਼ਾਨ ਨਾ ਹੋਣ ਘਰ ਦੇ। ਕਹਿੰਦੇ ਸੇ ਮੈਂ ਵਾਪਸ ਘਰ ਆਇਆ, ਘਰ ਆ ਕੇ ਅੰਮਾ ਜੀ ਨੂੰ ਪੁੱਛਿਆ ਤੇ ਅੰਮਾ ਜੀ ਠੀਕ ਹੋ। ਕਹਿੰਦਾ ਆ ਪੁੱਤਰ ਮੈਂ ਠੀਕ ਹਾਂ, ਥੋੜੀ ਤਬੀਅਤ ਖਰਾਬ ਹੋਈ। ਕਹਿੰਦਾ ਇੰਨੀ ਦੇਰ ਨੂੰ ਵੱਡਾ ਭਾਈ ਆ ਗਿਆ, ਉਹ ਤੂੰ ਫੇਰ ਆ ਗਿਆ ਫਲਾਣਿਆ ਢੀਂਗਿਆ। ਕਹਿੰਦਾ ਫਿਰ ਉਹਨੇ ਸੋਟੀ ਲੈ ਕੇ ਮੈਨੂੰ ਕੁੱਟਣਾ ਸ਼ੁਰੂ ਕਰਦਾ। ਕਹਿੰਦਾ ਹੁਣ ਤੂੰ ਵੜਿਆ ਨਾ ਤੇ ਮੈਂ ਤੈਨੂੰ ਛੱਡਣਾ ਨਹੀਂ। ਕਹਿੰਦਾ ਮਾਂ ਜੀ ਨੇ ਮੇਰੇ ਅੱਗੇ ਹੱਥ ਬੰਨੇ, ਪੁੱਤਰ ਤੂੰ ਜਾ ਕੇ ਆਪਣਾ ਕੋਈ ਬੰਦੋਬਸਤ ਕਰ, ਨਾ ਭਰਾ ਨਾਲ ਲੜ। ਕਹਿੰਦਾ ਮੈਂ ਕਿਹਾ ਠੀਕ ਹੈ ਮਾਂ ਜੀ। ਕਹਿੰਦਾ ਮੈਂ ਉੱਥੋਂ ਨਿਕਲਿਆ, ਅੱਗੇ ਪਿੱਛੇ ਧੱਕੇ ਠੁੱਡੇ ਖਾਧੇ। ਧੱਕੇ ਠੁੱਡੇ ਖਾਣ ਤੋਂ ਬਾਅਦ ਕਹਿੰਦਾ ਮੈਂ ਪਿੰਡ ਹੀ ਪਹੁੰਚ ਆਇਆ। ਕਹਿੰਦਾ ਪਿੰਡੀ ਇੱਧਰੋਂ ਕੰਮ ਢੂੰਡ ਉੱਧਰੋਂ ਕੰਮ ਢੂੰਡ, ਕੋਈ ਨਾ ਕੰਮ ਲੱਭੇ। ਕਹਿੰਦਾ ਸੜਕਾਂ 'ਤੇ ਗੱਡੀਆਂ ਦੇ ਸ਼ੀਸ਼ੇ ਵੀ ਸਾਫ਼ ਕੀਤੇ, ਕਿਸੇ ਨੇ 10 ਰੁਪਏ ਦੇ ਦੇਣੇ, ਕਿਸੇ ਨਾ ਦੇਣੇ। ਕਹਿੰਦਾ ਅੱਗੇ ਇੱਕ ਮਕੈਨਿਕਾਂ ਦੀ ਦੁਕਾਨ ਸੀ, ਮੈਂ ਉਹਦੇ ਕੋਲ ਟੁਰ ਗਿਆ। ਮੈਂ ਕਿਹਾ ਉਸਤਾਦ ਜੀ ਮੈਨੂੰ ਕੰਮ ਚਾਹੀਦਾ। ਕਹਿੰਦਾ ਕੀ ਕੰਮ ਕਰ ਲੈ। ਮੈਂ ਕੋਈ ਕੰਮ ਨਹੀਂ ਕਰ ਲੈਂਦਾ। ਕਹਿੰਦਾ ਫਿਰ ਇੰਝ ਕਰ ਤੂੰ ਮੇਰੇ ਕੋਲ ਆ ਜਾ, ਮੈਂ ਤੈਨੂੰ ਗੱਡੀਆਂ ਦਾ ਕੰਮ ਸਿਖਾ ਦਿਆਂਗਾ ਤੇ ਤੂੰ ਗਰਾਜ 'ਚ ਹੀ ਸੌਂ ਜਾਇਆ ਕਰ। ਕਹਿੰਦਾ ਠੀਕ ਹੈ ਉਸਤਾਦ ਜੀ। ਕਹਿੰਦਾ ਘਰ ਉਸਤਾਦ ਦੇ ਰੋਟੀ ਦੇ ਲੈ ਆਉਣੀ, ਜਾ ਕੇ ਸਬਜ਼ੀ ਦੇ ਆਉਣੀ। ਕਹਿੰਦਾ ਉਸਤਾਦ ਬੜਾ ਚੰਗਾ ਸੀ। ਕਹਿੰਦਾ ਥੋੜ੍ਹਾ ਜਿਹਾ ਅਰਸਾ ਗੁਜ਼ਰਿਆ, ਉਸਤਾਦ ਮੇਰੇ ਨੂੰ ਹੋ ਗਿਆ ਹਾਰਟ ਅਟੈਕ। ਕਹਿੰਦਾ ਹਾਰਟ ਅਟੈਕ ਹੋਇਆ ਤੇ ਉਸਤਾਦ ਫੌਤ ਹੋ ਗਿਆ। ਕਹਿੰਦਾ ਉਹਦੀ ਇੱਕ ਬੀਵੀ ਸੀ ਤੇ ਬੱਚੀ ਸੀ। ਕਹਿੰਦਾ ਮੈਂ ਅੱਗੇ ਵੀ ਘਰ ਜਾਂਦਾ ਰਹਿੰਦਾ ਸਾਂ ਤੇ ਮੈਂ ਕਿਹਾ ਠੀਕ ਹੈ ਮੈਂ ਹੁਣ ਫਿਰ ਇੱਥੇ ਕੀ ਕਰਨਾ ਰਹਿ ਕੇ। ਕਹਿੰਦਾ ਉਸਤਾਦ ਦੀ ਬੀਵੀ ਆਂਦੀ ਹੈ ਤੂੰ ਇੰਝ ਕਰ ਮੇਰੇ ਨਾਲ ਸ਼ਾਦੀ ਕਰ ਲੈ ਤੇ ਗਰਾਜ ਜਿਹੜਾ ਤੂੰ ਹੀ ਰੱਖ, ਤੂੰ ਹੀ ਸੰਭਾਲ। ਕਹਿੰਦਾ ਮੈਂ ਕਿਹਾ ਠੀਕ, ਇਹ ਵੀ ਚੰਗੀ ਗੱਲ ਹੈ। ਕਹਿੰਦਾ ਮੈਂ ਸ਼ਾਦੀ ਕਰ ਲਈ ਉਹਦੇ ਨਾਲ, ਸ਼ਾਦੀ ਕੀਤੀ। ਉਹਨੇ ਅੱਗੋਂ ਮੈਨੂੰ ਜ਼ੇਵਰ ਵੇਚ ਕੇ ਗੱਡੀ ਲੈ ਕੇ ਦਿੱਤੀ ਉਹਨੇ ਮੈਨੂੰ, ਕਾਰ। ਕਹਿੰਦਾ ਮੈਂ ਕਿਹਾ ਮੈਂ ਜਾਣਾ ਹੁਣ ਆਪਣੀ, ਮੈਂ ਉਹਦੇ ਨਾਲ ਸ਼ਰਤ ਰੱਖੀ ਸੀ ਕਿ ਮੈਂ ਆਪਣੀ ਮਾਂ ਜੀ ਜਿਹੜੀ ਆ ਆਪਣੇ ਕੋਲ ਲੈ ਕੇ ਆਉਣਾ, ਇੱਥੇ ਕੋਲ ਰੱਖਣਾ। ਉਹਨੇ ਆਖਿਆ ਕੋਈ ਮਸਲਾ ਨਹੀਂ, ਮੈਂ ਆਪਣੀ ਮਾਂ ਔਰ ਉਹਨਾਂ ਦੀ ਖਿਦਮਤ ਕਰਾਂਗੀ। ਕਹਿੰਦਾ ਮੈਂ ਗੱਡੀ ਲੈ ਗਿਆ, ਮੈਂ ਜਾ ਕੇ ਮਾਂ ਜੀ ਨੂੰ ਲੈ ਕੇ ਆਉਣਾ। ਕਹਿੰਦਾ ਮਾਂ ਜੀ ਨੂੰ ਮੈਂ ਕਿਹਾ ਚਲੋ ਮੈਂ ਤੁਹਾਨੂੰ ਲੈਣ ਆਇਆ। ਕਹਿੰਦਾ ਅੱਗੋਂ ਤੱਕਿਆ ਭਰਾ ਜਿਹੜਾ ਮੰਜੀ 'ਤੇ ਪਿਆ ਬਿਮਾਰ। ਕਹਿੰਦਾ ਕੀ ਹੋਇਆ ਇਹਨਾਂ ਭਾਈਰਾਂ ਨੂੰ। ਕਹਿੰਦਾ ਹੋਇਆ ਇਹ ਕੀ ਹੈ, ਇਹਨੇ ਰੇਹੜੀ ਬਾਹਰ ਖਲਾਈ ਹੈ, ਰੇਹੜੀ ਦੀ ਕੋਈ ਚੁੱਕ ਕੇ ਲੈ ਗਿਆ ਬਾਹਰੋਂ ਤੇ ਇਸ ਵਜ੍ਹਾ ਤੋਂ ਪਰੇਸ਼ਾਨ ਹੈ। 10 ਦਿਹਾੜੇ ਹੋ ਗਏ ਨਾ ਕੋਈ ਦੀ ਦਿਹਾੜ ਲੱਗੀ ਹੈ ਤੇ ਜੋ ਕੁਝ ਰੇਹੜੀ 'ਚ ਆਇਆ ਸੀ ਉਹ ਵੀ ਲੈ ਗਿਆ ਤੇ ਹੁਣ ਇਸ ਵਜ੍ਹਾ ਤੋਂ ਪਰੇਸ਼ਾਨ ਪਿਆ ਤੇ ਬੜੇ ਮਾੜੇ ਹਾਲਾਤ ਨੇ ਘਰ। ਉਹਨੇ ਆਖਿਆ ਇਹ ਗੱਲ ਹੈ। ਉਹਨੇ ਮਾਂ ਜੀ ਨੂੰ ਨਾਲ ਭਾਲਿਆ, ਪਿੰਡ ਹੀ ਲੈ ਗਿਆ, ਜਾ ਕੇ ਉੱਥੇ ਛੱਡਿਆ। ਜ਼ਨਾਨੀ ਨਾਲ ਗੱਲ ਕੀਤੀ। ਉਹਨੇ ਆਖਿਆ ਇਸ ਤਰ੍ਹਾਂ ਮੇਰਾ ਭਰਾ ਮਜਬੂਰੀ 'ਚ ਹੈ ਤੇ ਮੈਂ ਚਾਹੁੰਦਾ ਕਿ ਗੱਡੀ ਵੇਚ ਕੇ ਨਾ ਉਹਨੂੰ ਪੈਸੇ ਦੇ ਦਿਆਂ। ਉਹਨੇ ਆਖਿਆ ਤੈਨੂੰ ਮੈਂ ਗੱਡੀ ਦਿੱਤੀ ਹੈ, ਤੂੰ ਵੇਚ ਜੋ ਮਰਜ਼ੀ ਕਰ, ਮੇਰਾ ਇਹਦੇ ਨਾਲ ਕੀ ਲੈਣ ਦੇਣ। ਉਹਨੇ ਆਖਿਆ ਠੀਕ ਹੈ। ਉਹਨੇ ਗੱਡੀ ਵੇਚੀ 3.5 ਲੱਖ ਰੁਪਏ ਦੀ, ਵੇਚ ਕੇ ਲਿਆ ਕੇ ਆਪਣੇ ਭਾਈਏ ਨੂੰ ਪੈਸੇ ਦਿੱਤੇ। ਲੈ ਲਓ ਭਾਈਆ ਪੈਸੇ। ਭਾਈਏ ਨੇ ਕੋਈ ਮਾਫੀਆਂ ਸ਼ਾਫੀਆਂ ਮੰਗੀਆਂ। ਉਹਨੇ ਆਖਿਆ ਭਾਈਆ ਮਾਫੀਆਂ ਨਾ ਮੰਗ, ਤੂੰ ਜੋ ਕਰ ਬੈਠੇ ਬਸ ਠੀਕ ਹੈ, ਹੁਣ ਤੂੰ ਇਸ ਗੱਲ ਨੂੰ ਭੁੱਲ ਜਾ, ਤੂੰ ਇਹ ਪੈਸੇ ਲੈ ਤੇ ਤੂੰ ਆਪਣਾ ਘਰ ਸੰਭਾਲ। ਕਹਿੰਦਾ ਭਾਬੀ ਢੇਰ ਮਾਫੀਆਂ ਮੰਗੀਆਂ, ਸਾਨੂੰ ਮਾਫ ਕਰ ਦੇ। ਉਹਨੇ ਆਖਿਆ ਮੇਰੇ ਦਿਲ 'ਚ ਕੋਈ ਗੱਲ ਨਹੀਂ, ਬਸ ਇਹ ਹੈ ਕਿ ਹੁਣ ਤੁਸੀਂ ਆਪਣਾ ਬੰਦੋਬਸਤ ਕਰੋ, ਇਹ ਪੈਸੇ ਮੈਂ ਤੁਹਾਨੂੰ ਦੇ ਦਿੱਤੇ ਨੇ, ਆਪਣੀ ਕੋਈ ਜੋ ਵੀ ਹੋ ਸਕਦਾ ਤੁਸੀਂ ਸਿਸਟਮ ਚਲਾਓ। ਲੇਕਿਨ ਇਹ ਹੈ ਕਿ ਮਾਂ ਜੀ ਨੇ ਤੁਹਾਨੂੰ ਮਿਲਣਾ ਆ ਜੇ ਕਰੇਗੀ, ਮੈਂ ਤੁਹਾਨੂੰ ਆਪਣਾ ਪਤਾ ਨਹੀਂ ਦੇਣਾ।
ਕਹਿੰਦਾ ਪਰ ਮੈਂ ਉਹਨਾਂ ਨੂੰ ਪਤਾ ਕੋ ਨਾ ਦਿੱਤਾ, ਮੈਂ ਚੁੱਪ ਕਰਕੇ ਆ ਗਿਆ ਇੱਥੇ। ਕਹਿੰਦਾ ਆ ਕੇ ਮਾਂ ਜੀ ਦੀ ਉਹ ਵੀ ਵਾਕਈ ਬੜੀ ਖਿਦਮਤ ਕਰਨ ਲੱਗ ਪਈ, ਬੜਾ ਧਿਆਨ ਰੱਖਣ ਲੱਗ ਪਈ ਤੇ ਮੈਂ ਵੀ ਬੜਾ ਖੁਸ਼ ਹੋ ਗਿਆ। ਕਹਿੰਦਾ ਰੱਬ ਨੇ ਮੇਰੀ ਬਾਂਹ ਫੜ ਲਈ, ਮੈਂ ਤੇ ਢੇਰ ਧੱਕੇ ਖਾਦੇ ਨੇ, ਲੇਕਿਨ ਇਹ ਹੈ ਕਿ ਉਸਤਾਦ ਕਹਿੰਦਾ ਮੇਰਾ ਬੜਾ ਅੱਛਾ ਸੀ, ਲੇਕਿਨ ਖੈਰ ਉਹਦੀ ਜ਼ਿੰਦਗੀ ਇਤਨੀ ਸੀ, ਅਗੂ ਸ਼ਾਇਦ ਮੈਂ ਹੀ ਵਸੀਲਾ ਬਣਨਾ ਸੀ ਉਹਨਾਂ ਦਾ, ਇਸ ਵਜ੍ਹਾ ਤੋਂ ਮੈਂ ਇੱਥੇ ਪਹੁੰਚਿਆ ਸਾਂ। ਇਸ ਵਾਸਤੇ ਘਰਾਂ 'ਚ ਜਿਹੜੀਆਂ ਲੜਾਈਆਂ ਹੁੰਦੀਆਂ ਨੇ ਉਹ ਗੁਰਬਤ ਦੀ ਵਜ੍ਹਾ ਨਾਲ ਹੀ ਹੁੰਦੀਆਂ ਨੇ। ਗੁਰਬਤ ਜਿਹੜੀ ਹੈ ਇਨਸਾਨ ਨੂੰ ਲੈ ਦੇ ਜਾਂਦੀ ਹੈ, ਤੇ ਇਸ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ, ਥੋੜ੍ਹਾ ਇਤਮਾਦ 'ਚ ਰਹਿਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਇੱਕ ਬੰਦਾ ਕਮਾਉਂਦਾ ਤੇ ਦੂਜਿਆਂ ਨੂੰ ਅਗੂ ਰੋਬ ਜਮਾਏ ਕਿ ਮੈਂ ਕਮਾਨਾ ਇਸ ਵਜ੍ਹਾ ਤੁਹਾਡੇ ਤੇ ਰੋਬ ਜਮਾਵਾਂਗਾ, ਇਹ ਗੱਲ ਗਲਤ ਹੁੰਦੀ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬਿਲਕੁਲ ਨਾਰਮਲ ਰਵੋ ਤੇ ਆਪਣੇ ਭੈਣਾਂ ਭਰਾਵਾਂ 'ਚ ਇਤਫਾਕ ਰੱਖੋ। ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰਦੇ ਹੋ ਤੇ ਦਿਲ ਖੁਸ਼ ਹੁੰਦਾ, ਕਿਉਂਕਿ ਬੜੀ ਮੁਸ਼ਕਿਲ ਨਾਲ ਵੀਡੀਓ ਬਣਦੀ ਹੈ, ਵੀਡੀਓ ਬਹੁਤ ਮੁਸ਼ਕਿਲ ਹੈ ਬਣਾਉਣਾ, ਤੇ ਇਸ ਵਾਸਤੇ ਕੋਸ਼ਿਸ਼ ਕਰਿਆ ਕਰੋ ਕਿ ਵੀਡੀਓ ਨੂੰ ਲਾਈਕ ਕਰ ਦਿਆ ਕਰੋ। ਬਾਕੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ, ਦੁਆਵਾਂ 'ਚ ਯਾਦ ਰੱਖਿਆ ਕਰੋ, ਤੇ ਅੱਲਾ ਹਾਫਿਜ਼।